ਝਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਮਾਨ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅਤੇ ਆਪ ਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕੁਝ ਦਿਨਾਂ ਤੋਂ 9ਵੇਂ ਮਹੀਨੇ ਦੇ ਸਲੋਕਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਸੋ ਉਸੇ ਦੇ ਤਹਿਤ ਕੱਲ੍ਹ ਆਪਾਂ ਰਲ ਮਿਲ ਕੇ 16ਵੇਂ ਸਲੋਕ ਦੀ ਵਿਚਾਰ ਕੀਤੀ ਸੀ ਕਿ ਅਸਲ ਵਿੱਚ ਗਿਆਨਵਾਨ ਕੌਣ ਹੈ, ਕਿਸ ਨੂੰ ਗਿਆਨੀ ਆਖਿਆ ਜਾ ਸਕਦਾ ਹੈ ਕਿ ਭੈ ਕਾਹੂ ਕੋ ਦੇਤ ਨੈ ਭੈ ਮਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ। ਅਸਲ ਵਿੱਚ ਉਹ ਗਿਆਨੀ ਜਿਹੜਾ ਤਾਕਤ ਹੁੰਦਿਆਂ ਵੀ ਕਿਸੇ ਨੂੰ ਡਰਾਉਂਦਾ ਨਹੀਂ ਅਤੇ ਕਮਜ਼ੋਰ ਹੁੰਦਿਆਂ ਵੀ ਕਿਸੇ ਤੋਂ ਡਰਦਾ ਨਹੀਂ। ਭਾਵ ਨਾ ਕਿਸੇ ਨੂੰ ਡਰਾਉਣਾ ਅਤੇ ਨਾ ਕਿਸੇ ਤੋਂ ਡਰਨਾ, ਇਹ ਇੱਕ ਗਿਆਨੀ ਮਨੁੱਖ ਦੀ ਨਿਸ਼ਾਨੀ ਹੈ। ਸੋ ਆਓ ਸਾਧ ਸੰਗਤ, ਅੱਜ ਅਗਲੇ 3 ਸਲੋਕਾਂ ਦੀ ਵਾਰੀ ਹੈ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਤਾਂ ਕਿ ਕੁਝ ਕਹਿਣ ਦਾ ਹੀ ਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਧ ਸੰਗਤ 17ਵੇਂ ਸਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇੱਕ ਬੈਰਾਗੀ ਦੀ ਗੱਲ ਕੀਤੀ ਹੈ ਕਿ ਅਸਲ ਵਿੱਚ ਬੈਰਾਗੀ ਕੌਣ ਹੈ। ਸੰਸਾਰ 'ਤੇ ਝਾਤ ਮਾਰ ਕੇ ਦੇਖਿਓ, ਕੁਝ ਲੋਕਾਂ ਨੇ ਇੱਕ ਲਿਬਾਸ ਨੂੰ, ਇੱਕ ਬਾਣੇ ਨੂੰ, ਇੱਕ ਭੇਖ ਨੂੰ ਹੀ ਬੈਰਾਗ ਬਣਾ ਕੇ ਰੱਖ ਦਿੱਤਾ। ਬਾਹਰੀ ਤੌਰ 'ਤੇ ਉਹੋ ਜਿਹਾ ਪਹਿਰਾਵਾ ਬਣਾ ਲਿਆ, ਬਾਹਰੀ ਤੌਰ 'ਤੇ ਉਹੋ ਜਿਹਾ ਡਰੈਸ ਪਹਿਨ ਲਿਆ ਅਤੇ ਆਖਿਆ ਅਸੀਂ ਬੈਰਾਗੀ ਬਣ ਗਏ ਹਾਂ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਿੰਨਾ ਚੰਗਾ ਹੋਵੇ, ਆਹ ਤੈਨੂੰ ਦੱਸਾਂ ਕਿ ਅਸਲ ਅਗਰ ਤੂੰ ਬੈਰਾਗੀ ਬਣ ਜਾਏ, ਤੇਰੇ ਮੱਥੇ ਦੇ ਭਾਗ ਜਾਗ ਜਾਣ। ਬੜਾ ਪਿਆਰਾ ਸਲੋਕ ਜੇ ਸਾਧ ਸੰਗਤ ਧਿਆਨ ਨਾਲ ਸੁਣਿਓ। ਮਰ ਕਹਿੰਦੇ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ। ਭੇਖ ਦਾ ਅਰਥ ਕੀ ਹੁੰਦਾ? ਬਾਹਰੀ ਰੂਪ 'ਚ ਕੋਈ ਭੇਖ ਕਰ ਲੈਣਾ, ਕੋਈ ਉਹੋ ਜਿਹੇ ਕੱਪੜੇ ਪਾ ਲੈਣੇ, ਵਸਤਰ ਪਹਿਨ ਲੈਣੇ, ਉਹੋ ਜਿਹਾ ਕੋਈ ਭੇਖ ਧਾਰਨ ਕਰ ਲੈਣਾ ਕਿ ਸਾਨੂੰ ਕੋਈ ਬੈਰਾਗੀ ਸਮਝੇ। ਪਰ ਮਰ ਕਹਿੰਦੇ ਅਸਲ ਬੈਰਾਗੀ ਪਤਾ ਕੌਣ ਹੈ? ਜਿਸ ਨੇ ਆਪਣੇ ਜੀਵਨ ਵਿੱਚੋਂ ਹਰ ਪ੍ਰਕਾਰ ਦੀ ਬੁਰਾਈ ਦਾ ਤਿਆਗ ਕਰ ਦਿੱਤਾ। ਅੱਜ ਬੜਾ ਹੀ ਬਰੀਕ ਨੁਕਤਾ ਧਿਆਨ ਨਾਲ ਸਮਝਣ ਵਾਲਾ। ਮਰ ਕਹਿੰਦੇ ਜੇ ਵਿਖਿਆ ਸਗਲੀ ਤਜੀ, ਜਿਸ ਨੇ ਸਭ ਕੁਝ ਇਹ ਤਜ ਦਿੱਤਾ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ। ਇੱਥੇ ਸਗਲੀ ਤਜੀ ਅਰਥ ਇਹ ਹੀ ਹੈ ਕਿ ਜਿੱਥੇ 5 ਵਿਕਾਰ ਅਤੇ ਹੋਰ ਤਰ੍ਹਾਂ ਦੀਆਂ ਬੁਰਾਈਆਂ ਜਿਹੜੀਆਂ ਨੇ, ਜਿਸ ਮਨੁੱਖ ਨੇ ਇਹ ਸਾਰੀਆਂ ਬੁਰਾਈਆਂ ਨੂੰ ਆਪਣੇ ਜੀਵਨ 'ਚੋਂ ਤਿਆਗ ਦਿੱਤਾ ਅਤੇ ਨਾਲ ਦੇ ਨਾਲ ਗੁਣਾਂ ਦਾ ਭੇਖ ਧਾਰਨ ਕਰ ਲਿਆ। ਸਤਿਗੁਰਾਂ ਨੇ ਅੰਦਰ ਦੇ ਜੀਵਨ ਦੀ ਗੱਲ ਕੀਤੀ ਸਾਧ ਸੰਗਤ। ਮਰ ਕਹਿੰਦੇ ਬਾਹਰੋਂ ਬੇਸ਼ੱਕ ਤੂੰ ਜਿਹੋ ਜਿਹਾ ਮਰਜ਼ੀ ਲਿਬਾਸ ਪਾ, ਅੰਦਰ ਤੇਰੇ ਗੁਣ ਨਹੀਂ ਤੇ ਤੂੰ ਬੈਰਾਗੀ ਹੋ ਨਹੀਂ ਸਕਦਾ। ਬੈਰਾਗੀ ਦੇ ਅਰਥ ਜਿਹੜਾ ਆਪਣੇ ਜੀਵਨ 'ਚੋਂ ਬੁਰਾਈਆਂ ਕੱਢ ਦਿੰਦਾ ਅਤੇ ਗੁਣਾਂ ਦਾ ਭੇਖ ਧਾਰਨ ਕਰ ਲੈਂਦਾ। ਉਦਾਹਰਨ ਦੇ ਦਾਂ, ਕੋਈ ਬੜਾ ਭਲਾ ਇਨਸਾਨ ਹੋਵੇ ਅਤੇ ਉਹਦਾ ਨਾਮ ਹੀ ਇੱਕ ਪ੍ਰਚਲਿਤ ਹੋ ਜਾਂਦਾ, ਇਹ ਬੰਦਾ ਬੜਾ ਨੇਕ ਹੈ। ਉਹ ਵੀ ਤਾਂ ਇੱਕ ਭੇਖ ਹੀ ਹੈ ਨਾ। ਇੱਕ ਬੰਦੇ ਦੀ ਆਇਡੈਂਟੀ ਬਣ ਜਾਂਦੀ ਹੈ ਕਿ ਇਹ ਬੰਦਾ ਬੜਾ ਭਲਾ ਇਨਸਾਨ ਹੈ। ਮਰ ਕਹਿੰਦੇ ਮੈਂ ਤੈਨੂੰ ਇਹੋ ਜਿਹਾ ਭੇਖ ਦੇਣਾ ਚਾਹੁੰਦਾ, ਤੈਨੂੰ ਗੁਣਾਂ ਦਾ ਭੇਖ ਦੇਣਾ ਚਾਹੁੰਦਾ। ਦੂਸਰੇ ਮਾੜੇ ਪਾਸੇ ਤੁਰ ਪਵੋ। ਜੇ ਕੋਈ ਚੋਰੀ ਕਰਦਾ ਅਤੇ ਉਹਦਾ ਭੇਖ ਕੀ ਬਣ ਜਾਂਦਾ, ਉਹਦੀ ਆਇਡੈਂਟੀ ਕੀ ਬਣ ਜਾਂਦੀ ਹੈ ਕਿ ਇਹ ਬੰਦਾ ਚੋਰ ਹੈ। ਕੋਈ ਬੰਦਾ ਮਾੜੇ ਕਰਮ ਕਰਦਾ, ਉਹਦਾ ਨਾਮ ਮਾੜਾ ਬੰਦਾ ਪੈ ਜਾਂਦਾ। ਮਰ ਕਹਿੰਦੇ ਤੈਨੂੰ ਮੈਂ ਇਹੋ ਜਿਹਾ ਭੇਖ ਧਾਰਨ ਕਰਾਉਣਾ, ਤੂੰ ਗੁਣਾਂ ਦਾ ਭੇਖ ਧਾਰਨ ਕਰ। ਦੁਬਾਰਾ ਪੰਕਤੀ ਸਰਵਣ ਕਰ ਲਿਓ। ਮਰ ਕਹਿੰਦੇ ਜਿਹ ਵਿਖਿਆ ਸਗਲੀ ਤਜੀ। ਸਗਲੀ ਦਾ ਅਰਥ ਹੁੰਦਾ ਸਾਰੀ ਦੀ ਸਾਰੀ। ਜਿਸ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ ਸਭ ਕੁਝ ਆਪਣੇ ਜੀਵਨ 'ਚੋਂ ਤਿਆਗ ਦਿੱਤਾ। ਇੱਕ ਦਿਨ ਆਪਾਂ ਬਚਨ ਵਿਚਾਰਿਆ ਸੀ ਸਾਧ ਸੰਗਤ। ਮਰ ਕਹਿੰਦੇ ਹਿਰਦੇ ਰੂਪੀ ਭਾਂਡਾ ਹੀ ਸੱਜਣਾ, ਇਹਦੇ ਵਿੱਚ ਕੁਝ ਪਾਉਣ ਵਾਸਤੇ ਤੈਨੂੰ ਖਾਲੀ ਕਰਨਾ ਪੈਣਾ। ਆਸਾ ਕੀ ਵਾਰ ਦੇ ਅੰਦਰ ਬਚਨ ਆਉਂਦਾ ਹੈ, ਮਰ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਇਸ ਭਾਂਡੇ ਅੰਦਰ ਤਾਂ ਹੀ ਦੂਜੀ ਵਸਤੂ ਪੈਣੀ ਹੈ ਜਿਸ ਭਾਂਡੇ ਨੂੰ ਪਹਿਲਾਂ ਖਾਲੀ ਕੀਤਾ ਜਾਏਗਾ।
ਮਹਾਰਾਜ ਕਹਿੰਦੇ ਉਸ ਮਨੁੱਖ ਦੀ ਨਿਸ਼ਾਨੀ ਦੱਸਣਾ ਪਿਆ ਜਿਸ ਮਨੁੱਖ ਨੇ ਸਾਰੀਆਂ ਬੁਰਾਈਆਂ ਨੂੰ ਆਪਣੇ ਅੰਦਰੋਂ ਕੱਢ ਦਿੱਤਾ ਤੇ ਗੁਨਾਹ ਦਾ ਭੇਖ ਧਾਰਨ ਕਰ ਲਿਆ। ਸਾਧ ਸੰਗਤ ਚੰਗੀਆਂ ਜਿਹੜੀਆਂ ਇੱਛਾਈਆਂ ਨੇ ਉਹਨਾਂ ਨੂੰ ਆਪਣੇ ਗੁਣ ਜੀਵਨ 'ਚ ਧਾਰਨ ਕਰ ਲਿਆ। ਮਹਾਰਾਜ ਕਹਿੰਦੇ ਇੱਕ ਗੱਲ ਸੁਣ ਲੈ ਸੱਜਣਾ, ਅਸਲ ਵਿੱਚ ਉਹ ਵੈਰਾਗੀ ਇਨਸਾਨ ਹੋ ਸਕਦਾ। ਇਹ ਚੀਜ਼ਾਂ ਕਿੱਥੇ ਛਡਾਉਂਦੀਆਂ ਸਾਧ ਸੰਗਤ? ਤੁਸੀਂ ਦੇਖਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਂ ਅੱਧਾ ਮਿੰਟ ਜ਼ਿਕਰ ਕਰਾਂ। ਕਾਮੀ ਬੰਦਾ, ਬਸ਼ਈ ਬੰਦਾ, ਵਿਕਾਰ ਭੋਗਣ ਵਾਲਾ ਜਿੰਨਾ ਮਰਜ਼ੀ ਵਿਕਾਰ ਭੋਗ ਲੇ ਉਹ ਰੱਜਦਾ ਨਹੀਂ। ਸਾਧ ਸੰਗਤ ਪੜ੍ਹਿਓ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ, ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਾਂਗਾ। ਮਹਾਰਾਜ ਕਹਿੰਦੇ ਕਾਮ ਬੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੂਕੈ ਦਿਨ ਦਿਨ ਕਰੈ ਦਿਨ ਪ੍ਰਤੀ ਕਰੈ ਪਛਤਾਪੈ ਸੋਗ ਲੋਭ ਮੇ ਸੂਕੈ। ਕਹਿੰਦੇ ਇੱਕ ਨਹੀਂ ਅਨੇਕਾਂ ਜਗ੍ਹਾ ਤੇ ਬੰਦਾ ਮੂੰਹ ਮਾਰ ਲੇ ਪਰ ਬੰਦਾ ਕਦੇ ਵੀ ਰੱਜਦਾ ਨਹੀਂ। ਜਿੰਨਾ ਜਿੰਨਾ ਇਹ ਮਾੜੇ ਕੰਮਾਂ 'ਚ ਫਸਦਾ ਜਾਏਗਾ ਹੋਰ ਫਸਦਾ ਜਾਏਗਾ। ਮੇਰੇ ਸਤਿਗੁਰ ਕਹਿਣ ਲੱਗੇ ਤਾਂ ਮੈਂ ਤੈਨੂੰ ਕਹਿਣਾ ਪਿਆ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ 'ਚੋਂ ਕੱਢ ਲੈ। ਕ੍ਰੋਧੀ ਬੰਦੇ ਦੀ ਨਿਸ਼ਾਨੀ ਦੇਖਿਓ। ਵੈਸੇ ਕ੍ਰੋਧੀ ਦੀ ਡੈਫੀਨੇਸ਼ਨ ਮੇਰੇ ਸਤਿਗੁਰਾਂ ਦੱਸੀ ਹੈ। ਪਤਾ ਕੌਣ ਜ਼ਿਆਦਾ ਕ੍ਰੋਧ ਕਰਦਾ? ਜਿਹਦੇ ਕੋਲ ਗੱਲ ਦਾ ਜਵਾਬ ਨਹੀਂ ਹੁੰਦਾ। ਸਾਧ ਸੰਗਤ ਤੁਸੀਂ ਦੇਖਿਓ, ਕਿਤੇ ਕਿਸੇ ਨੂੰ ਕੋਈ ਗੱਲ ਪੁੱਛੋ, ਸੱਚੀ ਆਖੋ ਤੇ ਉਹਦੇ ਕੋਲ ਜਵਾਬ ਨਾ ਹੋਵੇ ਤੇ ਉਹ ਫਿਰ ਗੁੱਸਾ ਹੀ ਕਰਨਾ, ਉਹਨੂੰ ਮਾਰਨ ਮਰਾਨ ਤੇ ਆ ਜਾਣਾ, ਕਿਉਂਕਿ ਉਹਦੇ ਕੋਲ ਜਵਾਬ ਨਹੀਂ ਹੈ ਨਾ। ਤਾਂ ਮੇਰੇ ਸਤਿਗੁਰਾਂ ਨੇ ਇੱਕ ਵਾਰ ਸਤਿਗੁਰਾਂ ਦਾ ਬਚਨ ਆਇਆ ਸੀ ਕਿ ਰੋਸ ਨਾ ਕੀਜੈ ਉੱਤਰ ਦੀਜੈ। ਜਿਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਉਹ ਫਿਰ ਮਾਰਨ ਤੱਕ ਆ ਜਾਂਦਾ ਜੀ। ਕਿਉਂ? ਕਿਉਂਕਿ ਉਹਦੇ ਕੋਲ ਜਵਾਬ ਹੀ ਨਹੀਂ ਕਿਸੇ ਗੱਲ ਦਾ। ਫਿਰ ਉਸ ਚੀਜ਼ 'ਤੇ ਪਰਦਾ ਪਾਉਣ ਵਾਸਤੇ ਫਿਰ ਉਹ ਗੁੱਸਾ ਕਰਦਾ। ਅਸੀਂ ਲੋਕ ਪਤਾ ਕੀ ਕਹਿੰਦੇ ਆ ਕਿ ਸੱਚੇ ਬੰਦੇ ਨੂੰ ਬੜਾ ਗੁੱਸਾ ਆਉਂਦਾ ਜੀ। ਅੱਜ ਮੋਬਾਈਲ ਦਾ ਜ਼ਮਾਨਾ, ਐਵੇਂ ਆਪਣੀਆਂ ਕਾਢਾਂ ਬੰਦੇ ਕੱਢਦੇ ਰਹਿੰਦੇ। ਇਹੋ ਜਿਹੇ ਸੱਚਾ ਬੰਦਾ ਜਿਹੜਾ ਉਹਨੂੰ ਜਲਦੀ ਗੁੱਸਾ ਆਉਂਦਾ। ਇਹਦਾ ਮਤਲਬ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਝੂਠੇ ਸਨ। 5 ਦਿਨ ਤੱਤੀ ਤਵੀ ਤੇ ਬੈਠੇ ਰਹੇ ਤੇ ਉਹਨਾਂ ਨੂੰ ਗੁੱਸਾ ਆਇਆ ਨਹੀਂ, ਉਹ ਝੂਠੇ ਸਨ। ਆਪਣੀ ਬੁਰਾਈ ਤੇ ਪਰਦਾ ਪਾਉਣ ਦੀਆਂ ਗੱਲਾਂ ਬਣਾਈਆਂ ਗਈਆਂ। ਸਾਧ ਸੰਗਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਆਖਿਆ ਤੂੰ ਪਹਿਲਾਂ ਵਾਰ ਕਰ, ਨਹੀਂ ਗੁੱਸਾ ਆਇਆ। 3 ਵਾਰ ਵਾਰ ਕਰਾਇਆ। ਕਿ ਉਹ ਸਾਰੇ ਝੂਠੇ ਸਨ? ਗੁਰੂ ਕਲਗੀਧਰ ਪਾਤਸ਼ਾਹ ਦਾ ਸਾਰਾ ਪਰਿਵਾਰ ਵਾਰ ਦਿੱਤਾ, ਗੁੱਸਾ ਨਹੀਂ ਆਇਆ, ਉਹ ਝੂਠੇ ਸਨ? ਅਸੀਂ ਆਪਣੇ ਔਗਣ ਤੇ ਪਰਦਾ ਪਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਬਣਾ ਦਿੱਤੀਆਂ ਕਿ ਸੱਚੇ ਬੰਦੇ ਨੂੰ ਬੜਾ ਗੁੱਸਾ ਆਉਂਦਾ। ਇੱਥੇ ਤਾਂ ਭਗਤਾਂ ਨੂੰ ਕਦੇ ਗੁੱਸਾ ਆਇਆ ਹੀ ਨਹੀਂ, ਗੁਰੂ ਸਾਹਿਬਾਨਾਂ ਨੂੰ ਕਦੇ ਗੁੱਸਾ ਆਇਆ ਹੀ ਨਹੀਂ। ਕਿਉਂ? ਕਿਉਂਕਿ ਅੰਦਰ ਸ਼ਾਂਤੀ ਸੀ। ਸਾਧ ਸੰਗਤ ਅੰਦਰ ਉਸ ਮਾਲਕ ਦੀ ਯਾਦ ਸੀ। ਮੇਰੇ ਸਤਿਗੁਰ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀਆਂ ਚੀਜ਼ਾਂ ਨੂੰ ਤਿਆਗ ਤੇ ਗੁਨਾਹ ਦਾ ਭੇਖ ਧਾਰਨ ਕਰ। ਚੁਗਲੀ, ਨਿੰਦਿਆ, ਈਰਖਾਬਾਜੀ ਸਭ ਕੁਝ ਆਪਣੇ ਜੀਵਨ 'ਚੋਂ ਕੱਢ ਦੇ। ਤੁਸੀਂ ਦੇਖੋ, ਜਿਸ ਨੂੰ ਗੱਲ ਕਰਨ ਦੀ ਆਦਤ ਹੋਵੇਗੀ ਨਾ, ਕਿਸੇ ਵੀਰ ਭੈਣ ਨੂੰ ਕਿਸੇ ਨੂੰ ਚੁਗਲੀ ਨਿੰਦਿਆ ਦੀ ਆਦਤ ਹੋਵੇਗੀ, ਨਾ ਕਰਦਿਆਂ ਉਸਨੇ ਗੱਲ ਕਰ ਹੀ ਜਾਣੀ। ਸਾਧ ਸੰਗਤ ਤੁਸੀਂ ਦੇਖਿਓ, ਕਿਤੇ ਮੈਂ ਤੇ ਇੱਕ ਤਜਰਬਾ ਸਾਧ ਸੰਗਤ ਤੁਸੀਂ ਦੇਖਿਓ, ਤੁਹਾਡੇ ਘਰ ਕਿਸੇ ਦੀ ਕੋਈ ਆ ਕੇ ਗੱਲ ਕਰੇ ਨਾ, ਅੰਦਰ ਹੀ ਅੰਦਰ ਇੱਕ ਵਿਸ਼ਵਾਸ ਬਣਾਇਓ, ਜੇ ਅੱਜ ਇਹ ਕਿਸੇ ਦੀ ਗੱਲ ਮੇਰੇ ਨਾਲ ਕਰਦਾ ਪਿਆ ਤੇ ਕਿਸੇ ਦਿਨ ਇਹਨੂੰ ਮੇਰੀ ਗੱਲ ਵੀ ਉੱਥੇ ਕਰਨੀ ਹੈ। ਕਿਉਂਕਿ ਇੱਕ ਉਹ ਪੋਸਟਮੈਨ ਦਾ ਕੰਮ ਕਰਦੇ ਨੇ, ਉਹਨੂੰ ਸਿੱਧਾ ਹੀ ਜਵਾਬ ਦੇਣਾ, ਭਾਈ ਸਾਹਿਬ ਜੀ ਤੁਸੀਂ ਆਏ ਹੋ ਜਾਂ ਮੇਰੀ ਭੈਣੇ ਤੂੰ ਆਈਆਂ, ਤੂੰ ਆਪਣਾ ਹਾਲ ਚਾਲ ਸੁਣਾ। ਐਵੇਂ ਲੋਕਾਂ ਦੀ ਪਰੇਸ਼ਾਨੀ ਨਾ ਆਪਣੇ ਸਿਰ ਤੇ ਲੱਦ ਲੈ। ਯਕੀਨ ਜਾਣੋ, ਇੱਕ ਵਾਰ ਮੂੰਹ ਫੰਡਿਆ ਹੋਏ ਦੁਬਾਰਾ ਕੋਈ ਗੱਲ ਨਹੀਂ ਕਰਦਾ। ਜਿੰਨਾ ਚਸਕੇ ਨਾਲ ਆਪਾਂ ਕਿਸੇ ਦੀਆਂ ਗੱਲਾਂ ਸੁਣਾਂਗੇ, ਮਹਿਸੂਸ ਕਰਿਓ ਉਹਨ ਅੱਗੇ ਵੀ ਜਾ ਕੇ ਕਰਨੀਆਂ, ਕਿਉਂਕਿ ਆਦਤ ਹੁੰਦੀ ਕਈਆਂ ਦੀ। ਉਹ ਕਹਿੰਦੇ ਬੋਲਣ ਵਾਲੇ ਦਾ ਮੂੰਹ ਨਹੀਂ ਰਹਿੰਦਾ। ਇਸ ਕਰਕੇ ਕੋਸ਼ਿਸ਼ ਕਰਨੀ ਸਾਧ ਸੰਗਤ, ਇਹ ਚੁਗਲੀ ਨਿੰਦਿਆ ਵੀ ਜਿੱਥੇ ਕਾਮ ਕ੍ਰੋਧ ਲੋਭ ਮੋਹ ਮਾੜੇ ਨੇ, ਉੱਥੇ ਚੁਗਲੀ ਨਿੰਦਿਆ ਵਕੀਲੀ ਵੀ ਮਾੜੀ ਹੈ। ਤਾਂ ਹੀ ਮੇਰੇ ਸਤਿਗੁਰਾਂ ਨੇ ਬਾਣੀ 'ਚ ਆਖਿਆ ਕਿ ਸਭ ਤੋਂ ਵੱਡੇ ਰੋਗ ਨੇ ਜਿਹੜੇ ਅੰਦਰ ਅੰਮ੍ਰਿਤ ਨੂੰ ਟਿਕਣ ਨਹੀਂ ਦਿੰਦੇ। ਲਓ, ਕੱਲ੍ਹ ਆਪਾਂ ਥੋੜ੍ਹਾ ਜਿਹਾ ਵਿਸਾਖੀ ਦਾ ਇਸ਼ਾਰਾ ਕੀਤਾ ਸੀ ਤੇ ਜਦੋਂ ਮੈਂ ਸਲੋਕ ਪੜ੍ਹਦਾ ਪਿਆ ਸਾਂ, ਮੈਨੂੰ ਥੋੜ੍ਹਾ ਜਿਹਾ ਹੋਰ ਸੀਨ ਸਾਹਮਣੇ ਆ ਗਿਆ। ਇਸ ਸਲੋਕ ਨਾਲ ਜੁੜਦਾ ਪਿਆ ਸੀ ਕਿ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ। ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਰਹਿਤਾਂ ਦ੍ਰਿੜ ਕਰਾਈਆਂ, ਸਾਧ ਸੰਗਤ ਗੌਰ ਕਰਿਓ, ਰਹਿਤਾਂ ਦ੍ਰਿੜ ਕਰਾ ਕੇ ਕੀ ਸੀ? ਇੱਕ ਭੇਖ ਹੀ ਧਾਰਨ ਕਰਾਇਆ ਸੀ ਨਾ। ਭਲਿਆ ਲੈ ਤੈਨੂੰ 5 ਕਕਾਰੀ ਵਰਦੀ ਦਿੱਤੀ ਆ, ਇਹ ਭੇਖ ਧਾਰਨ ਕਰ, ਤੇਰੀ ਸਮਾਜ 'ਚ ਇੱਜ਼ਤ ਬਣੇ, ਤੇਰਾ ਜੀਵਨ ਸਫਲ ਹੋ ਸਕੇ। 5 ਕਕਾਰਾਂ ਦੀ ਰਹਿਤ ਦਿੱਤੀ। ਸਭ ਤੋਂ ਪਹਿਲਾਂ ਕਿਹੜਾ ਕਕਾਰ ਦਿੱਤਾ ਜੀ? ਕਕਾਰ ਕਿਉਂ ਆਖਿਆ ਜਾਂਦਾ ਪਤਾ? ਇਹ ਪੰਜੇ ਦੇ ਪੰਜੇ ਜਿਹੜੇ ਕਕਾਰ ਨਾ ਕੱਕੇ ਤੋਂ ਬਣੇ ਨਾ, ਤਾਂ ਕਕਾਰ ਨਾਮ ਪਿਆ। ਸਭ ਤੋਂ ਪਹਿਲਾਂ ਕਕਾਰ ਕੇਸ। ਤੁਸੀਂ ਦੇਖੋ ਕਿਤੇ ਮਹਿਸੂਸ ਕਰਨ ਵਾਲੀਆਂ ਬਾਤਾਂ ਜੇ ਸਾਧ ਸੰਗਤ, ਕੇਸ ਨਾ ਜ਼ਬਰਦਸਤੀ ਉਗਾਏ ਜਾਂਦੇ ਨੇ ਤੇ ਨਾ ਜ਼ਬਰਦਸਤੀ ਰੋਕੇ ਜਾ ਸਕਦੇ ਨੇ। ਤੁਸੀਂ ਦੇਖੋ ਮੱਥੇ ਤੇ ਕੇਸ ਨਹੀਂ ਹੈ, ਜ਼ਬਰਦਸਤੀ ਕੇਸ ਨਹੀਂ ਉਗਾਏ ਜਾ ਸਕਦੇ। ਕਈ ਐਸੇ ਸੱਜਣ ਤੁਹਾਨੂੰ ਮਿਲਣਗੇ ਜਿਹੜੇ ਖੋਦੇ ਨੇ,
जिन्ने मर्जी यतन कर लो केस नहीं उगते, क्योंकि रब की मर्जी नहीं सी। इत्थे आश्रम भी एक सज्जन सिंह रहिंदा, कई बारी मिलिया होवेगा, टोटली खुद है, मालक की करनी है जी। जिथे मालक की नहीं मर्जी उत्थे केस कित्थों उगने ने? ना जबरदस्ती केस उगाए जा सकते हैं, ना जबरदस्ती केस रोके जा सकते। एक उदाहरण देवां, कोई बाडी का कोई अंग खराब हो जाए तो आप कटा दें ना, किते एक्सीडेंट हो जाता है, किसी की बांह कट्टी जाती है, किसी का पैर कटिया जाता है, किसी की बांह कट्टी जाए दोबारा उगती है जी? कदे दोबारा बांह नहीं उगती। किसी की उंगल कट्टी जाए तो देखो दोबारा उंगल आती है? नहीं ना आती। पर केस एक ऐसी चीज़ है, बुढ़े होंदियां तक केस कटते रहो, इन्होंने फिर आ जाना। इसका मतलब किन्ने जरूरी केस होणगे सत्संग, समझण वाली बात जे। बाडी का कोई अंग साडा उतर जाता है, कटिया जाता है, वो दोबारा नहीं आना। लेकिन केस नूं तुसीं हज़ारां बार कटो, ये केस दोबारा आ जाने ना, क्योंकि मालक की मर्जी सत्संग। तां सतगुरां ने रहतां विच भी केस दसे ते कुरैतां विच भी केस दसे जी। बड़े ध्यान नाल गल समझण वाली जी सत्संग। मार कहंदे मैं चाहना तू किते अपने जीवन च ये भेख धारण कर ले जिहड़ी गुरु ने रहत दसी ना बैसाखी वाले दिन। सब तो पहला केस एक कुदरत वालों सानू बख्शिश होए ने सत्संग। दूजे नंबर ते केसां की संभाल करनी है। केसां की संभाल वास्ते सानू दिता कंघा। कंघा भी वो लकड़ का, तुसीं देखियो जिहड़ा सुबह शाम जां जदों समा लगे कंघा फेरदा, उहदे लागे आलस नहीं आंदा। एक वक्री फिजियो जिन्हों एक्यूप्रैशर हो जाता सत्संग, एक एक्सरसाइज जी हो जाती, तुसीं देखियो किते। ये महाराज ने इहो जी किरपा साडे ते कीती, कुदरती तौर पर सारियां चीज़ां सानू किन्नियां एडवांस दे दित्तियां सी। महाराज कहण लगे ये बाना धारण कर, ये भेख धारण कर, तेरा जीवन सफल हो जाए। केसां नूं संभालण वास्ते कंघा दिता जी। तीजे नंबर ते कड़ा दिता। कड़ा काहदे वास्ते? कि मेरा सिख वहम भरम नहीं करता। एक कोई होर प्रकार के धागे नहीं अपने गुट्टां नूं बन्नदा जां हत्थां नूं जां गिट्टियां नूं बन्नदा। कई तुसीं देखियो गातरा पा के भी काले काले धागे बन्ने हुंदे गिट्टियां नूं। की हो जाना साध संगत? जे गुरु के कड़े ते विश्वास नहीं तो धागियां ने की सवार देना साडा? इन्हां चीज़ां चों बाहर निकलना। चंगे भले सिख साध संगत, चंगे भले सरदार, चंगियां भलियां सरदारनियां महाराज की किरपा फिर भी गुट्टां ते धागे बन के फिरदियां जी। की होवेगा धागियां दे नाल साध संगत? विश्वास गुरु ते आ जाए। मार कहंदे भेख धारण करना ते गुरु की रहत का भेख धारण कर, तेरे जीवन च किते खेड वापर जाए। चौथे नंबर ते दित्ती सानू किरपान। किरपान काहदे वास्ते दित्ती? तू अपनी हिफाजत कर सके, गरीब दे भले वास्ते उठा सके। किरपान जिथे अपने को रखनी है उत्थे उहदा संजम भी सीखना। ये नहीं माड़ी जी कोई गल होगी तो किरपान कढ़ ली। ये उस मौके वरतनी है जदों सारे हीले वसीले जिहड़े ना वो खत्म हो जान, उस मौके किरपान की मुठ नूं हथ पाना। यकीन जाने उस मौके फिर माला पकड़न के बराबर है, जदों किते सारे हीले वसीले खत्म हो जान। चौथे नंबर ते सानू दित्ती किरपान। एक जालम के हथ विच किरपान जाए वो जुल्म करती है, एक गुरु के सिख के हथ विच किरपान आए तो भला करती। पंजवें नंबर ते दिता कशहरा। ये जति होने की निशानी सी साध संगत कि पर बेटी को बेटी जानना, पर स्त्री को मात बखाने वाला गुरु ने जीवन दिता। मर कहते ये पंज रहतां तो अपने जीवन च धारण कर लै। ये बैराग ही कुदरती तौर पर कल थोड़ी जी गल वैसाखी की कीती सी, यकीन जानियो। तो ये सलोक पढ़द्या मेरे मन च आया, गुरु कलगीधर पातशाह ने मानो इस सलोक की व्याख्या की कि जे विख्या सगली तजी लियो भेख वैराग। जिस मनुख ने अपने जीवन चों काम, क्रोध, लोभ, मोह, हंकार, चुगली, निंदिया, ईरखा ये सब कुछ कढ़ दिता ते चंगे गुणां दा जिहड़ा बाना जां धारण कर लिया बेस, सत, संतोख, दया, धर्म, धीरज, ये जिहड़ा भेख धारण कर लिया, ये एक एक चीज़ तो बचना साध संगत। तो मैं कई बार देखना चंगे भले पाठ करने वाले फिर भी ना करदे निंदिया कर ही जाते जी। जिथे बहते तुसीं देखियो उन्हां दी आदत गल निकल जाती जबान च। तां सतगुर कहते तू गुरमुख तां बनेगा, तेरा सचमुच तू बैरागी तां बनेगा जे इन्हां चीज़ां नूं अपने जीवन चों बाहर कढेगा ते सत, संतोख, दया, धर्म, धीरज दा तू भेख धारण करेगा। लो जिथे फिर रहत दृढ़ कराई मेरे गुरु कलगीधर पातशाह ने, उत्थे चार कुरैतां तो सानू रोकिया। बजर कुरैतां जिहड़ियां सुनियो, उधर रहतां विच भी केस रखे
सब तो पहली गल केस आख्या भी केस रखने, दूजे नंबर ते जो कुरैतां का जिक्र किया उधर भी केस पहला कि केसां की बेअदबी नहीं करनी। सासंग ध्यान नाल सुनियो, केसां की बेअदबी के अज बड़े तरीके आ गए जी, बड़े तरीके। सासंगत मैं कहना कुछ गल्लां करिए तो शायद रोस भी प्रगट हो जाता, पर की करिए, सच है ना। केसां की बेअदबी के बड़े तरीके अज वरतने शुरू हो जाए, इशारे समझ लियो। पर मेरे सतगुरां ने एक शब्द वरत्या सी कि भलिया एक गुरु की मोहर ही तेनों संभालण वास्ते दिती है। केस ये गुरु की मोहर है, जे इनू तू संभालेगा नहीं तो सचमुच तेरी किन्नी क गुरु की नज़दीकी बन जाएगी। मैं कहना महाराज किरपा करे कि घट्टो घट्ट होर नहीं, घर तो बाहर निकलीए, साडे सिर ते दस्तार होवे, साडियां भैणां दे सिर ते दुपट्टा होवे। अज ते कई यकीन जानियो जिहड़ा काम आप नहीं ना करते, वो कोशिश करते ना कि दूसरा भी ना करे। एक दिन की गल, एक ब्याह ते एक शादी ते आपां रिसैप्शन ते गए सी, सासंग मेरी मैडम भी नाल। वो कुदरती तौर पर एक बीबी कहती मेरी आदत है शुरू तो मैं सिर ते दुपट्टा रखनी हाँ, पर नाल ही एक भैन है मैनू कहती कि छड्ड की सिर ते दुपट्टा रखे आई भी तू ना लै, तू दूसरे नू क्यों कह रही है। बंदा कहता मेरे नाल होर कंपनी जुड़ जाए, मेरे नाल होर सहेलियां बन जान। ये केसां की बेअदबी विच आंदा, मिट्टी घट्टा साडे सिर ते ना पे, जिन्हां केसां विच अमृत पिया किते उन्हां केसां विच गंदी मिट्टी ना पे, घट्टा ना पे। तां सतगुरां ने यह सानू दस्तार ते यह चुन्नी दित्ती सी कि सिर ढक के रखने। सासंग कोशिश करना, गुरु अगे अरदास करो तो सौखे काम लगते हैं जी। कई कहते बड़ा बोझ लगता है, बोझ असल में सिर ते नहीं लगता, बोझ सोच ते हुंदा। तुसीं देखियो किते कई लोग कहते कृपान भारी लगती है, ये तन ते भारी नहीं लगती, ये सोच ते भारी लगती है। जो सोच में साढ़े वजन आ गया ना तो उदों फिर यकीन जानियो दिल नहीं करना। कई नूं पगड़ी बोझ लगती है, ये बोझ थोड़ी है, ये सोच ते बोझ है। जिस बंदे ने सोच लिया कि यह पगड़ी भारी है, वो कित्थों बन पाएगा। जिन्हें सोच लिया कि सिर ते दुपट्टा की लैना, बोझ है ना, ये दिमाग ते बोझ है। सासंगत जब दिमाग ते बोझ आ गया तो उस शरीर के बोझ की कोई गल नहीं होंदी। सासंग गल नूं समझण वाली है। गुरु किरपा करे केसां की बेअदबी नहीं करनी। कुरैतां च एक मैं साखी तुहाडे सन्मुख रखना। तुहानूं पता भंगानी के युद्ध विच एक छोटी जी गल तो अंदर सत्कार पैदा हो जाए केसां दा। केसां नूं जिथे जिंदे रखना, महाराज ने किन्नी किरपा कीती कि मरे हुए केस जिहड़े ना जिहड़े डैड हो जाते, 2-3 बार कंघा फिरो कुछ ना कुछ केस निकलते, वो भी फिर गलियां च नहीं सुट्टने। कई बार तुसीं देखियो किसी गली चों निकलदे होवो तो ऐ जोड़ियां जिहियां बनियां केसां दियां पैरां विच रुलदियां होंदियां। ये गुरु की मोहर है। सासंगत तुसीं देखो ना, मैं 2 इशारे कर लगा, शायद कल कीता होवे, कई बार भुल जाईदा। भंगानी का युद्ध होया गुरु कलगीधर पातशाह दा पौंटा साहब। सारे युद्ध की समाप्ति हुई, पीर बुद्धू शाह आया, महाराज तू आग्ञा लैन लगा। कहता महाराज आग्ञा देवो, जंग समाप्त हो गया। गुरु कलगीधर पातशाह कहते पीर बुद्धू मंग की मंगदा, तू 2 पुत्र अपने लेखे लाए ने इस जंग दे। 4 पुत्र सन पीर बुद्धू शाह दे, 2 पुत्र ये जंग में शहीद हो गए सन पीर बुद्धू शाह दे। गुरु कलगीधर पातशाह उदों कंघा फेरते पे सन जी, नोट करियो। आया पीर बुद्धू शाह, मर कहते मंग की मंगदा, तेरे ते बड़े खुश हाँ सी। पीर बुद्धू शाह पता की कहता, कहता मालका कुछ नहीं चाहिए, तेरा दिता सब कुछ है, एक काम कर दे, एक दया कर, एक कंघा जिहड़ा ना ये अड़क दे समेत मेरी झोली च पा दे। ये सत्कार से केसां दा। गुरु कलगीधर पातशाह ने वह कंघा जिहड़ा केसां दे समेत, जिन्हों आपां अड़क कहने आ, अड़क दे समेत पीर बुद्धू शाह ने अपनी झोली च पवा के घर लै गया सी। नसीरां ने पुछया सी कि की गल 2 पुत्र लैके आ गए, 2 कित्थे ने? तां तुहानूं पता पीर बुद्धू शाह कहंदा नसीरां 2 पुत्र गुरु दे लेखे लग गए। नसीरा रोंदी भब्बा मार के ढाहां मारदी है, रोई जाती, चुप नहीं करती। पीर बुद्धू शाह चुप करांदा, कहंदा भलीए चुप कर जा, साडा जीवन सफल हो गया। पर कित्थे मामा कोलों कित्थे बर्दाश्त हुंदा। एक बार सीन तुहाडे सामने लिआंदा सी। नसीरा सुत्ती रात नूं रोंदी रोंदी थक के सौं गई ते सुपने विच की वेखदी है कि जिहड़े 2 पुत्र शहीद होए ने, वो दोवें पुत्र जिहड़े ने गुरु तेग बहादुर पातशाह की गोद विच बैठे ने। यकीन जानियो जदों अख खुली तो फिर रोना शुरू कर दिता। पीर बुद्धू शाह कहंदा नसीरा तेनों कितनी बार आख्या ना रो, सबर कर। नसीरा कहंदी ये वो रोना नहीं जिहड़ा पहला रोना सी, ये होर किस्म का रोना है।
ਅੱਗੇ ਵੀ ਜ਼ਿਕਰ ਇੱਕ ਵਾਰ ਕੀਤਾ ਸੀ। ਕਹਿਣ ਲੱਗੇ ਰੋਣਾ ਤੇ ਰੋਣਾ, ਇਹ ਕਿਹੜੀ ਕਿਸਮ ਦਾ ਰੋਣਾ? ਕਹਿੰਦੇ ਪਹਿਲੇ ਤਾਂ ਰੋਂਦੀ ਸਾਂ 2 ਪੁੱਤਰ ਕਿਉਂ ਗਵਾ ਕੇ ਆ ਗਏ ਹੋ, ਹੁਣ ਤਾਂ ਰੋਨੀ ਆ ਕਿ 2 ਪੁੱਤਰ ਕਿਉਂ ਬਚਾ ਕੇ ਆ ਗਏ ਹੋ। ਮੈਂ ਦੇਖ ਲਿਆ ਨਜ਼ਾਰਾ, ਉਹ 2 ਪੁੱਤਰ ਮਰੇ ਨਹੀਂ, ਉਹ ਤੇ ਸਦਾ ਵਾਸਤੇ ਅਮਰ ਹੋ ਗਏ ਨੇ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੋਦ ਵਿੱਚ ਜਾ ਕੇ ਵਿਰਾਜੇ। ਗੱਲ ਇੰਨੀ, ਆਪਣੇ 2 ਪੁੱਤਰ ਵਾਰ ਕੇ ਸੌਦਾ ਕੀ ਕੀਤਾ? ਗੁਰੂ ਕਲਗੀਧਰ ਪਾਤਸ਼ਾਹ ਕੋਲੋਂ ਅੜਕ ਸਮੇਤ ਕੰਗਾ ਲਿਆ, ਝੋਲੀ 'ਚ ਪਾਇਆ ਜੀ। ਕਿੰਨਾ ਸਤਿਕਾਰ ਸੀ ਕੇਸਾਂ ਦਾ। ਇੱਕ ਹੋਰ ਮੈਂ ਇਸ਼ਾਰਾ ਕਰਨਾ ਹੁੰਦਾ, ਕੱਲ ਕੀਤਾ ਸੀ। ਗੁਰੂ ਕਲਗੀਧਰ ਪਾਤਸ਼ਾਹ ਨੇ ਚਮਕੌਰ ਗੜੀ ਜਦੋਂ ਛੱਡੀ, ਆਖਿਆ ਜੋੜੇ ਮੈਂ ਇੱਥੇ ਹੀ ਉਤਾਰ ਦੇਣੇ। ਜੋੜੇ ਉਤਾਰੇ। ਸਿੱਖਾਂ ਨੇ ਆਖਿਆ ਮਾਲਕਾ ਬੜਾ ਬਿੱਖਾਂ ਪੈਂਦਾ ਹੀ, ਪੈਰਾਂ 'ਚ ਛਾਲੇ ਪੈ ਜਾਣੇ ਨੇ, ਤੁਹਾਡੇ ਪੈਰ ਲਹੂ ਲੁਹਾਨ ਹੋ ਸਕਦੇ ਨੇ। ਮਾਰ ਕਹਿੰਦੇ ਕੋਈ ਗੱਲ ਨਹੀਂ, ਮੈਂ ਸਰਦੀ ਗਰਮੀ ਪੈਰਾਂ 'ਚ ਛਾਲੇ ਪਵਾ ਸਕਣਾ, ਜ਼ਖਮੀ ਹੋਣਾ ਪ੍ਰਵਾਨ ਕਰ ਸਕਣਾ, ਪਰ ਮੈਂ ਇਹ ਗੱਲ ਨਹੀਂ ਪ੍ਰਵਾਨ ਕਰ ਸਕਦਾ ਕਿ ਮੇਰੇ ਪੈਰਾਂ ਦਾ ਜੋੜਾ ਜਿਹੜਾ ਕਿਸੇ ਦੇ ਸਿੱਖ ਦੇ ਕੇਸਾਂ ਨੂੰ ਲੱਗੇ। ਇੰਨਾ ਸਤਿਕਾਰ ਸੀ ਕੇਸਾਂ ਦਾ ਜੀ। ਆਓ ਕਿਹੜਾ ਆਪਾਂ ਫੈਸ਼ਨ ਪਿੱਛੇ ਤੁਰਨਾ ਜੀ। ਚਲੋ ਠੀਕ ਹੈ, ਬੱਚੀਆਂ ਵਿਚਾਰੀਆਂ ਦਾ ਸਮਾਂ ਥੋੜ੍ਹਾ ਬਹੁਤਾ ਚਲੋ ਕਰ ਲੈਂਦੇ, 40 45 50 ਸਾਲ ਉਮਰ ਹੋ ਜੇ, ਕਿਹੜਾ ਫੈਸ਼ਨ ਕਰ ਕਰਕੇ ਦੱਸਣਾ ਜੀ। ਗੁਰੂ ਕਿਰਪਾ ਕਰੇ, ਜਿੱਥੇ ਬਾਣੀ ਪੜ੍ਹਨੀ ਆ, ਇੱਕ ਗੱਲ ਦਿਮਾਗ 'ਚ ਰੱਖਣੀ ਹੈ ਕਿ ਜਦੋਂ ਅੰਮ੍ਰਿਤ ਛਕ ਲਿਆ, ਇਹਨਾਂ ਕੇਸਾਂ 'ਚ ਅੰਮ੍ਰਿਤ ਪਿਆ ਸੀ, ਹੁਣ ਇਹਨਾਂ ਕੇਸਾਂ ਵਿੱਚ ਮਿੱਟੀ ਘੱਟਾ ਗੰਦਗੀ ਨਾ ਪਏ, ਇਹ ਵੀ ਅਸੀਂ ਸੰਭਾਲ ਕਰਨੀ। ਦੂਸਰੇ ਨੰਬਰ 'ਤੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਇਹ ਕਿਹਦੇ ਵਿੱਚ ਆ ਜਾਂਦਾ? ਇਹ ਕੁਰੈਤਾਂ ਵਿੱਚ ਆ ਜਾਂਦਾ ਸਾਸੰਗ। ਮਾਰ ਕਹਿੰਦੇ ਇਹਨਾਂ ਚੀਜ਼ਾਂ ਨੂੰ ਛੱਡ ਤੇ ਰਹਿਤ ਦਾ ਭੇਖ ਧਾਰਨ ਕਰ, ਤੂੰ ਚੰਗਾ ਬੈਰਾਗੀ ਬਣ ਜਾਏਗਾ। ਦੂਜੇ ਨੰਬਰ 'ਤੇ ਕੇਸੀ ਪਰ ਤਨਗਾਮੀ ਨਹੀਂ ਹੋਣਾ, ਪਰ ਇਸਤਰੀ ਜਾਂ ਪਰ ਪੁਰਸ਼ ਨਾਲ ਮਾੜੀ ਨਿਗਾਹ ਨਾਲ ਨਹੀਂ ਵੇਖਣਾ। ਤੀਜੇ ਨੰਬਰ 'ਤੇ ਤੰਬਾਕੂ, ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਵਰਤਣਾ ਜੀ। ਤੇ ਚੌਥੇ ਨੰਬਰ 'ਤੇ ਕੁੱਠਾ ਨਹੀਂ ਖਾਣਾ। ਤੇ ਮੈਨੂੰ ਥੋੜ੍ਹਾ ਜਿਹਾ ਡਿਟੇਲ 'ਚ ਵਿਚਾਰਨਾ ਹੁੰਦਾ, ਕੁੱਠੇ ਦਾ ਅਰਥ ਕੀ ਹੁੰਦਾ ਜੀ। ਅਸੀਂ ਸੱਚਮੁੱਚ ਜੀਵ ਦੇ ਸਵਾਦ ਕਰਕੇ ਬੜੀਆਂ ਦਲੀਲਾਂ ਦੇ ਦਿੰਦੇ ਹਾਂ, ਨੋਟ ਕਰਿਓ। ਵੈਸੇ ਕੁੱਠੇ ਦਾ ਅਰਥ ਹੁੰਦਾ ਜਿਹੜਾ ਤਰਸ ਕੇ ਮਰਦਾ। ਕੋਈ ਜੀਵ ਜਿਹੜਾ ਬਿਨਾਂ ਤਰਸਣ ਤੋਂ ਨਹੀਂ ਮਰਦਾ ਜੀ। ਕਿਸੇ ਜੀਵ ਨੂੰ ਟੁੱਕੋ ਤੁਸੀਂ, ਕਿਆ ਸੌਖਾ ਮਰ ਜਾਂਦਾ? ਇੱਥੇ ਮਰਿਆ ਹੋਇਆ ਵਿਚਾਰਾ ਮੁਰਗਾ ਤੁਸੀਂ ਦੇਖਿਓ, ਜਾਂ ਬਦੋ ਬਦੀਆ ਜੇ ਤਿਆਰ ਕੀਤੇ ਜਾਂਦੇ, ਜਾਨ ਹੁੰਦੀ ਨਹੀਂ, ਉਹ ਟੱਪ ਮਾਰੋ, ਉਹ ਵੀ ਵਿਚਾਰੇ ਤੜਫਦੇ ਦੇਖੇ ਨੇ। ਉਹ ਸਾਰੇ ਕੋਹ ਕੇ ਹੀ ਮਰਦੇ ਨੇ। ਅੱਜ ਜਿਹੜੀਆਂ ਜ਼ਿਆਦਾਤਰ ਬਿਮਾਰੀਆਂ ਨੇ ਕਿਉਂ ਘੇਰਾ ਪਾਇਆ? ਸਾਡੇ ਖਾਣੇ ਬਾਣੇ ਬਦਲ ਗਏ ਨੇ ਸਾਸਨ। ਭਗਤ ਰਵਿਦਾਸ ਜੀ ਦਾ ਉਦੋਂ ਜੀਵਨ ਸਾਂਝਾ ਕੀਤਾ ਸੀ, 115 ਸਾਲ ਦੀ ਉਮਰ ਸੀ। ਕਿਉਂ? ਉਹਨਾਂ ਦੇ ਖਾਣੇ ਪਾਣੇ ਸਾਦੇ ਸਨ ਸਾਸਨ, ਸਿੰਪਲ ਖਾਣੇ ਸਨ ਹੁੰਦੇ। ਅਸੀਂ ਆਪ ਕੁਝ ਬਿਮਾਰੀਆਂ ਨੂੰ ਬੁਲਾਇਆ। ਗੁਰੂ ਕਿਰਪਾ ਕਰੇ ਇਹ ਸਾਡੇ ਖਾਣੇ ਨਹੀਂ ਆ ਜਿਹੜੇ ਅਸੀਂ ਖਾਂਦੇ ਪਏ ਹਾਂ। ਖਾਣਾ ਸਾਦਾ ਹੋਣਾ ਚਾਹੀਦਾ। ਗੁਰੂ ਕਿਰਪਾ ਕਰੇ ਕਿਤੇ ਫਿਰ ਆਪਾਂ ਕਹਿੰਦੇ ਹਾਂ ਕਿ ਇਹਨਾਂ ਚੀਜ਼ਾਂ 'ਚ ਤਾਕਤ ਹੈ। ਇੱਕ ਵਹਿਮ ਜੇ ਸਾਧ ਸੰਗਤ, ਮੈਂ ਕਈ ਵਾਰੀ ਇੱਕ ਹਾਸੇ ਵਾਲੀ ਗੱਲ ਕਰਨਾ ਹੁੰਦਾ, ਜਦੋਂ ਕਿਤੇ ਬੈਠਣਾ ਤੁਸੀਂ ਦੇਖਿਓ ਕਿਤੇ ਮੁਰਗਿਆਂ ਦੀ ਦੁਕਾਨ 'ਤੇ ਜਾਂਦੇ ਹੋ, ਰਸਤੇ ਵਿੱਚ ਦੇਖੀ ਤਾਂ ਪਿੰਜਰੇ ਵਿੱਚ ਵਿਚਾਰੇ ਬਿਠਾਏ ਹੁੰਦੇ ਨੇ। ਇੰਨੇ ਕੁ ਵਿਚਾਰੇ ਉਹ ਲਵਾਰਸ ਜੇ ਲੱਗਦੇ ਨੇ, ਆਪਣੇ ਪੈਰਾਂ 'ਤੇ ਵੀ ਨਹੀਂ ਖਲੋ ਪਾਉਂਦੇ। ਮੈਂ ਕਿਹਾ ਜਿਹੜੇ ਖੁਦ ਨਹੀਂ ਆਪਣੇ ਪੈਰਾਂ 'ਤੇ ਖਲੋ ਰਹੇ, ਤੁਹਾਨੂੰ ਕੀ ਤਾਕਤ ਦੇਣਗੇ? ਇਹ ਬਦੋ ਬਦੀ ਦਵਾਈਆਂ ਨਾਲ ਤਿਆਰ ਕੀਤੇ ਨੇ। ਉਹ ਗੁਰੂ ਕਿਰਪਾ ਕਰੇ ਵਹਿਮ ਦਿਮਾਗ 'ਚੋਂ ਕੱਢੀਏ। ਜੋ ਤਾਕਤ ਮੈਂ ਕਹਿੰਦਾ ਇੱਕ ਦਾਲ ਫੁਲਕੇ 'ਚ ਹੈ, ਉਹੀ ਸੇਮ ਦੂਸਰਿਆਂ 'ਚ ਮਿਲਣੀ। ਕੁਦਰਤ ਦਾ ਕਿੰਨੇ ਜਮਾ ਜੀ। ਇਹ ਕੇਵਲ ਤਾਂ ਕੇਵਲ ਜਵਾਨ ਦੇ ਸਵਾਦ ਹੁੰਦੇ ਨਾ। ਇਹ ਬਾਰੇ ਕਹਿੰਦੇ ਇਹਨਾਂ ਕੁਰੈਤਾਂ ਨੂੰ ਆਪਣੇ ਜੀਵਨ 'ਚੋਂ ਕੱਢ ਤੇ ਗੁਨਾਹ ਰੂਪੀ ਭੇਖ ਧਾਰਨ ਕਰ ਲੈ, ਤੂੰ ਸੱਚਮੁੱਚ ਅਸਲ ਬੈਰਾਗੀ ਬਣ ਜਾਏਗਾ। ਲਓ ਸਲੋਕ ਦਾ ਰਲ ਕੇ ਪਾਠ ਕਰੀਏ ਜੀ। ਮਰ ਕਹਿੰਦੇ ਜਿਹ ਵਿਖਿਆ ਸਗਲੇ ਤਜੇ, ਲਿਓ ਭੇਖ ਵੈਰਾਗ। ਮਰ ਕਹਿੰਦੇ ਜਿਸ ਮਨੁੱਖ ਨੇ ਇਹਨਾਂ ਚੀਜ਼ਾਂ 'ਚੋਂ ਆਪਣੇ ਜੀਵਨ ਨੂੰ ਕੱਢ ਲਿਆ ਤੇ ਗੁਨਾਹ ਦਾ ਭੇਖ ਧਾਰਨ ਕਰ ਲਿਆ। ਦੁਬਾਰਾ ਇਸ਼ਾਰਾ ਕਰ ਦਿੰਦਾ, ਭੇਖ ਦਾ ਅਰਥ ਹੁੰਦਾ ਜਿਹੜਾ ਦੂਸਰੇ ਨੂੰ ਲੱਭੇ। ਜਿੱਥੇ ਬਾਹਰੀ ਤੌਰ 'ਤੇ ਆਪਾਂ ਇਹ ਵਸਤਰ ਪਹਿਨਣੇ ਆ, ਕੋਈ ਆਪਾਂ ਸਾਡੇ ਵਰਗਾ ਡਰੈਸ ਹੁੰਦਾ, ਕਹਿੰਦਾ ਗਿਆਨੀ ਆ। ਉੱਥੇ ਕੋਈ ਚੰਗਾ ਕੰਮ ਕਰਦਾ ਨਾ, ਕੋਈ ਠੱਗੀ ਮਾਰਦਾ, ਉਹਨੂੰ ਆਪਾਂ ਠੱਗ ਕਹਿੰਦੇ ਆ, ਕਿਉਂ? ਇਹ ਵੀ ਇੱਕ ਭੇਖ ਹੈ ਨਾ। ਕੋਈ ਚੋਰੀ ਕਰਦਾ, ਉਹਨੂੰ ਚੋਰ ਕਹਿੰਦੇ ਆ। ਨੋਟ ਕਰੇ, ਉਹੋ ਜਿਹਾ ਭੇਖ ਬਣ ਜਾਂਦਾ। ਕੋਈ ਚੁਗਲੀ ਕਰਦਾ, ਉਹਨੂੰ ਚੁਗਲਖੋਰ ਕਹਿੰਦੇ ਆ। ਕੋਈ ਨਿੰਦਿਆ ਕਰਦਾ, ਉਹਨੂੰ ਨਿੰਦਕ ਕਹਿੰਦੇ ਆ। ਕਿਉਂ? ਉਹਦਾ ਭੇਖ ਉਹੋ ਜਿਹਾ ਬਣ ਜਾਂਦਾ। ਮਰ ਕਹਿੰਦੇ ਚੰਗੇ ਗੁਨਾਹ ਦਾ ਭੇਖ ਬਣਾ। ਕੋਈ ਚੰਗਾ ਇਨਸਾਨ ਹੈ, ਉਹਨੂੰ ਕਹਿੰਦੇ ਬੜਾ ਨੇਕ ਬੰਦਾ, ਉਹਦਾ ਭੇਖ ਉਹੋ ਜਿਹਾ ਬਣ ਜਾਂਦਾ। ਮਰ ਕਹਿੰਦੇ ਸਤ ਸੰਤੋਖ ਦਇਆ ਧਰਮ ਧੀਰਜ, ਇਹਦਾ ਭੇਖ ਧਾਰਨ ਕਰ, ਫਿਰ ਕੀ ਮੈਂ ਮੰਨਾਂਗਾ। ਮਰ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਤੇ ਨਰ ਮਾਥੈ ਭਾਗ। ਇਹ ਮੇਰੇ ਮਨ ਸੁਣ, ਤੇਰੇ ਮੱਥੇ ਦੇ ਭਾਗ ਜਾਗ ਜਾਣਗੇ।
जे तू इहो जिहा भेख धारण करेगा। सौखा शब्द वार वार वरतना पिया, गल समझ आ जाए। माड़ियां चीज़ां नूं, माड़ियां गल्लां नूं जीवन चों कढना ते चंगियां गल्लां नूं जीवन च धारण करना। मार कहते चंगे बंदे की निशानी मानो उहदे मत्थे दे भाग जाग गए जी। अगला वचन है, मार कहते हर मनुख चाहता मेरे हिरदे च रब वस जाए, पर किहदे हिरदे विच वसदा? लो सुनो सलोक। मार कहते जेह माया ममता तजे सब ते पियो उदास। मार कहते तू माया ना छड्ड। देखो किन्ना ध्यान रखिया बरीकी नाल मेरे गुरु पातशाह ने। कहते माया तो बिना तू एक कदम नहीं पुट सकता संसार ते। हर सहूलत हर काम माया तो बिना नहीं हो सकता। मार कहते छड्डना की है? जे माया ममता तजी, माया की ममता छड्डनी। कई लोग जिथे बैठणगे बस माया दी गल्लां करते रहन। ये चीज़ां नूं छड्ड। माया तू रज के कमा, मेहनत कर, इकट्ठी कर, माया नूं गुजरान तक रख। पर यह नहीं कि हर समय जिथे बैठो बस माया दी गल्लां करते रहनियां। ये माया की ममता नूं छड्डना। माया नहीं छड्डनी, माया की ममता नूं छड्डना। सतगुरां ने किन्नी बरीकी नाल नुकता साडे सामने रखिया। जे माया ममता तजी, ठीक है, माया कमानी, मेहनत करो, बस हर गल ते रोना पिटना नहीं पा के रखना माया करके। ये चीज़ां अपने जीवन चो तां गुरु पातशाह ने आख्या से गुरु अमरदास महाराज ने। मार कहते माया ममता मोहनी जिन बिन दंतां जग खाया। ये माया इहो जी, माया की ममता इहो जी मोहनी है, मन नूं मोहन वाली, जिन बगैर दंतां ते जग नूं निगल लिया। दोबारा बेनती कर ਲਾਂ, गलत मैसेज नहीं लैके जाना। मार कहते तू आखिरी श्वास तक मेहनत कर, तू माया इकट्ठी कर, घर चल ही नहीं सकता माया तो बिना जी। मेहनत करने विच कोई मेहना नहीं, पर माया की ममता नूं छड्ड दे। एवें गल गल ते रोना ना पा के बह जाया कर, एवें गल गल ते माया का जिक्र ना करता रहा कर। तू मेहनत कर, तू उच्चे तो उच्चा मुकाम हासिल कर, पर माया की ममता नूं छड्ड दे, तेरे जीवन च खुशी आ जाएगी। लो पंक्ति रल के पढ़ियो। मार कहते जेह माया ममता तजे सब ते पियो उदास। उदास रहना, इत्थे उदास का निराश अर्थ नहीं है, उपरामता विच, उस मालक के भाने विच, उस मालक की रजा विच। तुसीं देखियो जो साडे कर्मां च लिखिया कोई दुनिया की ताकत तो खो ही नहीं सकती। जो मर्जी कर लो जी, एक विश्वास रखना चाहिए साध संगत, एक भरोसा रखना चाहिए। मेरे सतगुर कहन लगे तू उदास हो, उपरामता विच गुरु ते भरोसा रख। जिस मालक ने संसार ते भेजिया उन्हें तैनूं बाद विच भेजिया सी, तेरा रिजक पहले भेज दिता सी। इन्ना क विश्वास होना चाहिए। जे विश्वास नहीं तो कुछ भी नहीं। मर कहते जे माया ममता तजी सब ते पियो उदास। कहो नानक सुन रे मना तेह कट ब्रह्म निवास। जिथों माया की ममता निकलेगी ना, माया की चितवनी निकलेगी। तुसीं देखियो आदत होंदी कई बंदियां दी जी, मैं बेनती करना हुन्ना, ये आदत होंदी है कि जिथे समा लगे बस माया की चितवनी, माया दी गल्लां करते रहना। वो नहीं पाई इन्हां चीज़ां चों उपर उठ। नाल ही दूसरा पक्ष बार बार कहना, गलत मैसेज नहीं। रज के मेहनत कर। मेरे गुरु नानक ने अपनी जिंदगी के आखिरी 18 साल हल वाह के दसी कि मेहनत कर, तू जिन्नी मर्जी माया कमा, पर माया की ममता छड्ड दे। एवें ना बिना मतलब की चिंता लैके बैठिया कर। गुरु तेग बहादुर पातशाह कहते जिह माया ममता तजी सब ते पियो उदास। कहो नानक सुन रे मना ते घट ब्रह्म निवास। जिथों ममता निकलेगी ना उत्थे परमात्मा का निवास होना। जे ममता नहीं तो कुछ भी नहीं। कि को सब कुछ होंदियां भी मरू मरू करते रहते जी। वो मालक ने भेजा, चढ़ती कला च रहना चाहिए, उत्ते विश्वास रखना चाहिए। सो सतगुरां ने अगला श्लोक साड़ी झोली च पाया जी। बार कहते लै भलिया तेनों मैं मुक्त करना चाहना जिंदे जी। अज 19 श्लोकों के विचार संपूर्ण होनी गुरु की कृपा सदका। मर कहते जे प्राणी हाउ मैं तजे करता राम पछान। जिस मनुख ने अपने जीवन चो हौमै नूं छड्ड दिता, पर नाल एक नुकता भी दसिया जी। कहते हौमै एवें नहीं छडौनी। छडौनी किस तरह? करता राम पछान। जिसने करता वाहिगुरू नूं समझ लिया। देखो कितनी बरीकी दे नुकते हुंदे ने। ये हौमै इस तरह नहीं छडौनी, ये तां छडौनी है जे तू करता वाहिगुरू नूं मन्नेगा कि सब कुछ करने वाला वाहिगुरू है। जे तू आखेगा कि मैं करता तो फिर हौमै कित्थों छडौनी है। तुसीं देखियो यही निशानी सतगुरां ने दसी है कि करता रब नूं मान लै कि सब कुछ करने वाला वही तेरे अंदरों हौमै निकल जानी।
कबीर साहब ने सलोक दिता सानू जी। मार कहते कबीर तू तू करता तू हुआ मुझ में रहा ना हूँ ता हूँ मैं खत्म हो रही है। जब आपा पर का मिट गया जत देखो तत तू। ये हौमिया नूं छड्डण दा तरीका कि करता उसनूं मन। ये बड़ा वड्डा रोग है साध संगत, कित्थे जांदा है जी। मैं कहना इस सियाने बियाने बंदियां नूं चंबड़िया होया है। ये हौमिया कित्थे निकलदी, पर एक बदकिस्मती है सानू दूसरे दी हौमिया लभदी है, सानू अपनी हौमिया नहीं लभदी। हालांकि बेशक जिहड़ा दूसरे नूं कहंदा ना हंकारी, वो पता नहीं उस तो भी डबल हंकारी होवे, पर साडी नज़र बाहर मुखी है ना, असीं दूसरे नूं वेखदे हां, अपने आप नूं नहीं वेखदे। मार कहंदे जिस मनुख ने अपने अंदरों हौमिया दा त्याग कर दिता ते करता वाहिगुरू नूं मान लिया। साथ आसा की वार दे अंदर बचन किया, मार कहते हौमिया दीर्घ रोग है दारू भी इस माए। ये हौमिया तेरा रोग है ना बड़ा वड्डा ही, पर चिंता ना करी, गुरु पातशाह कहते दी दवाई भी मैं बना दी है। हौमिया दीर्घ दा अर्थ हुंदा वड्डा। कहते हौमिया दा रोग हंकार दा रोग बड़ा वड्डा ही, ये तू बच के रही, पर चिंता भी ना करी, इसकी दवाई भी है। की है दवाई जी? मार कहते हौमिया दीर्घ रोग है दारू भी इस माए, किरपा करे जे अपने तां गुर का शब्द कमाए। जो मालक किरपा करे, गुरु के शब्द का अभ्यास करेगा, तेरा ये भी रोग जरा दूर हो जाएगा। मार कहते जे प्राणी रस नाल पढ़ो हाँ सलोक साध संगत। मैं होर तरीका सौखा ढूंढिया जे इस सलोकां नूं कंठ करन दा। ਜਿਹੜੇ ਜਿਹੜੇ 3 सलोक ਆਪਾਂ कथा कर रहे हैं ना, इन्हां नूं घर पढ़ीए ਵੱਧ ਤੋਂ ਵੱਧ। ਤੁਸੀਂ देखियो किन्ने सोहने सलोक कंठ हो जाते। सानू कथा करन वास्ते अगे सिर्फ रखना पैंदा, बार बार नुकता देखना पैंदा। बाकी वो 3 सलोक जबान ते चढ़े होंदे ने। साध संगत गुरु कृपा करे ये अभ्यास करो। जिन्ने कबीर मेरे नितरनगे, मैं कल भी शायद बेनती की सी कि 2-3 फोन आए कि भाई साहब जी इन्ने सलोकां ते पुज गए आ, इन्ने सलोक कंठ हो गए ना, तो मैं गल करदा पिया सां, यकीन जानो इहो असीसां मिलदियां ने। जदों ये चीज़ां वंडांगे ना, उहदा फिर वापस भी क्रैडिट आंदा। साध संगत ये संगत की असीस जिहड़ी तार के रख दिंदी है। इस करके हाथ जोड़ के बेनती करना हुन्ना, किसी एक नूं गुरु दे नाल जोड़ दईए, इस तो बड़ा पुण्य कोई नहीं। साध संगत जी पुण्य कोई नहीं है। गुरु कृपा करे। आओ सलोक का पाठ करिए, नाल समाप्ति करिए। मार कहंदे जेह प्राणी हौमै तजे, करता राम पछान, कहो नानक बो मुक्त नर, ए मन साचे मान। ए मेरे मन सुन, असल विच ओ मुक्त इंसान है जिसने अपने अंदरों हौमिया का त्याग कर दिता ते करता उस वाहिगुरू नूं मान लिया। जिहदे अंदर विश्वास आ गया करण कारण प्रभ एक है, दूसर नाहिन कोय, नानक तिस बलिहारना, जल थल महियल सोए। सब कुछ करने वाला उहदे ते विश्वास रखना, मेहनत करते जाना, आखिरी श्वास तक चलते रहना। साध संगत क्योंकि ये जिंदगी चलन का नाम है। जो बह गए तो बह गए, जिन्नी मेहनत हो सके, जिन्नी दौड़ कर सकीए, इस शरीर तो आपां कम लैना। साध संगत सिर्फ छड्डनियां जिहड़ियां चीज़ां वो मेरे गुरु ने दसिया। अज 3 सलोकां च पहले सलोक च आख्या जे तू बैरागी बनना, अपने जीवन चो काम क्रोध लोभ मोह हंकार चुगली निंदिया वकीली ये सब कुछ छड्ड ते तां तू बैरागी बन सकदा। दूसरे नंबर ते मेरे सतगुरां ने आख्या अपने जीवन चो माया की ममता नूं छड्ड दे, सचमुच तेरे अंदर परमात्मा का निवास हो जाएगा। तीसरे नंबर ते सतगुर कहते अपने अंदरों हौमिया का त्याग कर, पर तां होना जे करता वाहिगुरू नूं मन्नेगा। मार कहते जिंदे जी तू मुक्त हो जाएगा। लो फिर साध संगत गुरु की कृपा सदका अज 19 सलोकां की विचार संपूर्ण हुई है। कल आपां अगले सलोकां की विचार जिहड़ी है वो करन दा निमाना जा यतन करांगे। जिहड़े मेरे वीर मेरियां भैणां नहीं सलोकां की कथा पूरी सुन पाए, तुहानूं पता नाल नाल यूट्यूब चैनल ते भी चढ़दी पई है ये जिहड़ी सलोकां की विचार हो रही है। यूट्यूब ते भाई सुरजीत सिंह खालसा करके तुसीं सर्च करोगे, सारी जिहड़ी सलोकां की कथा जिहड़ी है आ जाएगी। अपने अपने घर बैठ के भी ये दोबारा आपां सलोकां की कथा सुन सकने हैं। ये तां बेनती कीती है कि 400 साला जिहड़ा गुरु तेग बहादुर महाराज दा आया, आओ वध तो वध किसी ना किसी तरीके नाल साडे घरां च बाणी चलदी रहे, सलोकां दा पाठ चलदा रहे। तां ही उदां सलोक भी रिकॉर्ड कीते सन। चलो एक प्यार बनिया हुंदा महल्ले च कि वो सलोकां दा पाठ घर विच लगा दईए। इन्हां सलोकां दी रोज़ कथा भावें गुरुद्वारे सुनी है, फिर भी मोबाइल ते ऑन करके ते अपने अपने घर सलोकां दी कथा ला दईए। ये सारा कुछ की है, ये गुरु तेग बहादुर महाराज दे 400 सालां नूं समर्पित ही है। कि मालका किरपा करी ये 2021 किते तैनूं समर्पित हो जाए।
ਲਓ ਫਿਰ ਰਲ ਕੇ ਆਪਾਂ ਇੱਕ ਵਾਰ ਅਸੀਸ ਲੈ ਲੈਂਦੇ ਹਾਂ ਗੁਰੂ ਪਾਤਸ਼ਾਹ ਦੀ, ਕਿਉਂਕਿ ਤੁਸੀਂ ਬੜੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੀਆਂ ਬਾਤਾਂ ਸਰਵਣ ਕਰਦੇ ਹੋ, ਮਨ ਜਿੱਤ ਲੈਂਦੇ ਹੋ ਸਾਧ ਸੰਗਤ ਜੀ। ਗੁਰੂ ਕਿਰਪਾ ਕਰੇ। ਪਤਾ ਕਦੋਂ? ਜਦੋਂ ਬੁਲਾਰੇ ਦਾ ਅਤੇ ਸਰੋਤੇ ਦਾ ਤਾਲਮੇਲ ਬਹਿ ਜਾਂਦਾ ਨਾ, ਯਕੀਨ ਜਾਣਦੇ ਹੋ ਜਿੰਨੀ ਮਰਜ਼ੀ ਕਥਾ ਕਰ ਲਈ। ਕੱਲ੍ਹ ਰਾਮਗੜ੍ਹ ਤੋਂ ਇੱਕ ਅੱਗੇ ਥੋੜ੍ਹੀ ਪਲੋਟਾ ਇੱਕ ਨਗਰ ਹੈ, ਉੱਥੇ ਕਥਾ ਸੀ। ਯਕੀਨ ਜਾਣਦੇ ਹੋ ਪੌਣੇ 2 ਘੰਟੇ ਲਗਾਤਾਰ ਕਥਾ। ਕੋਈ ਸੌਖਾ ਨਹੀਂ, ਮਾਲਕ ਦੀ ਕਿਰਪਾ ਹੁੰਦੀ ਹੈ। ਪਰ ਮੈਂ ਕਹਿੰਦਾ ਦਿਲ ਹੀ ਨਾ ਕਰੇ। ਉਹ ਪ੍ਰਬੰਧਕ ਵੀਰ ਕਹਿੰਦੇ ਤੁਸੀਂ ਹੋਰ ਕਥਾ ਕਰੋ, ਸੰਗਤ ਇੰਨੀ ਟਿਕ ਕੇ ਸੁਣਦੀ ਹੈ। ਮੈਂ ਕਹਿੰਦਾ ਇਹ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਜੀ। ਮਾਲਕ ਦੀ ਕਿਰਪਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ, ਇਹ ਮੇਰਾ ਵਿਸ਼ਵਾਸ ਹੈ ਜੀ। ਇਹ ਸਾਰੀਆਂ ਉਹਦੀਆਂ ਖੇਡਾਂ ਜੇ, ਉਹਦੇ 'ਤੇ ਵਿਸ਼ਵਾਸ ਰੱਖਣਾ, ਉਹਦੇ 'ਤੇ ਭਰੋਸਾ ਰੱਖਣਾ, ਜੀਵਨ 'ਚ ਇੱਕ ਵੱਖਰਾ ਇਨਕਲਾਬ ਆਏਗਾ। ਸੋ ਆਓ ਸਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਅਸੀਸ ਲੈ ਲਈਏ ਜੀ। ਕਰ ਨਾਉ ਨਿਤ ਆਵੈ ਤਾਏ, ਕਰ ਨਾਉ ਨਿਤ ਆਵੈ ਤਾਏ, ਕਰ ਨਾਉ ਨਿਤ ਆਵੈ ਤਾਏ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ, ਕਰ ਨਾਉ ਨਿਤ ਆਵੈ ਤਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਇਤਨੀਆਂ ਕਮੈਂਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਹਿਬ ਸੁਮੇਲ। ਗੱਜ ਕੇ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।